ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। G20 ਤੋਂ ਵਾਪਸ ਮੁੜਦਿਆਂ ਹੀ ਕੈਨੇਡਾ ਨੇ ਭਾਰਤ ਨਾਲ ਆਪਣੇ ਸੰਬੰਧ ਤੋੜ ਲਏ ਹਨ। ਖਾਲਿਸਤਾਨੀ ਸੋਚ ਦੀ ਪ੍ਰਤੀਨਿਧਤਾ ਕਰਨ ਵਾਲੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦਾ ਆਰੋਪ ਲਗਾਇਆ ਗਿਆ ਹੈ, ਪਰ ਇਸ ਆਰੋਪ ਅਤੇ ਤਲਖ ਸੰਬੰਧਾਂ ਦਾ ਭਾਰਤ ਅਤੇ ਕੈਨੇਡਾ ਤੇ ਕੀ ਅਸਰ ਪਵੇਗਾ? ਕੈਨੇਡਾ ਵਿੱਚ ਵਸਦੇ ਭਾਰਤੀਆਂ, ਖਾਸ ਤੌਰ ਤੇ ਸਿੱਖਾਂ ਅਤੇ ਸਟੂਡੈਂਟਸ ਤੇ ਕੀ ਪ੍ਰਭਾਵ ਪਵੇਗਾ? ਅਤੇ ਜੇ ਸੰਬੰਧ ਬਿਹਤਰ ਹੋਣ ਦੀ ਬਜਾਏ ਹੋਰ ਨਿਘਾਰ ਵੱਲ ਚਲੇ ਜਾਂਦੇ ਹਨ ਤਾਂ ਉਸ ਦਾ ਜੀਓਪੋਲੀਟੀਕਲ ਖਾਮਿਆਜਾ ਕੀ ਹੋਵੇਗਾ? ਕਿ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਭਾਰਤ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਵੀ ਆਪਣੇ ਸੰਬੰਧਾਂ ਬਾਰੇ ਦੁਬਾਰਾ ਵਿਚਾਰ ਕਰੇਗਾ? ਕੀ ਇਹ ਤਲਖੀ ਸਿਰਫ ਭਾਰਤ ਕੈਨੇਡਾ ਦੇ ਸੰਬੰਧਾਂ ਤੱਕ ਹੀ ਸੀਮਿਤ ਹੈ ਜਾਂ ਇਸ ਦੇ ਤਾਰ ਕਿਸੇ ਕੌਮਾਂਤਰੀ ਸਮੀਕਰਨ ਨਾਲ ਜੁੜਦੇ ਹਨ? ਇਹਨਾਂ ਹੀ ਸਵਾਲਾਂ ਨੂੰ ਪੜਚੋਲ ਕਰਾਂਗੇ ਇਸ ਵੀਡੀਓ ਵਿੱਚ। ਹਾਜ਼ਰ ਹਾਂ ਮੈਂ ਤੁਹਾਡਾ ਆਪਣਾ ਭੁਪਿੰਦਰ ਸਿੰਘ ਭਾਈ ਹੇਲ। ਭਾਰਤ ਵੱਲੋਂ G20 ਦੀ ਮੇਜ਼ਬਾਨੀ ਦੀ ਸਫਲਤਾ ਦੇ ਗੁਣਗਾਨ ਹਲੇ ਚੱਲ ਹੀ ਰਹੇ ਸਨ ਕਿ ਇਸ ਦੇ ਅਸਰ ਸਾਹਮਣੇ ਆਉਣ ਲੱਗੇ। ਕੈਨੇਡਾ ਭਾਰਤ ਦੇ ਰਿਸ਼ਤਿਆਂ ਵਿੱਚ ਇੱਕਦਮ ਵਧੀ ਹੋਈ ਤਲਖੀ ਇਸ ਦੀ ਤਾਜ਼ਾ ਮਿਸਾਲ ਹੈ। 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਸਿਕਿਉਰਿਟੀ ਏਜੰਸੀ ਦੇ ਹਵਾਲੇ ਤੋਂ ਇਹ ਆਰੋਪ ਲਗਾਇਆ ਕਿ ਕੈਨੇਡੀਅਨ ਸਿੱਖ ਸਰਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੈ। Over the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Canada is a rule of law country. The protection of our citizens and defense of our sovereignty are fundamental. Our top priorities have therefore been, one, that our law enforcement and security agencies ensure the continued safety of all Canadians, and two, that all steps be taken to hold perpetrators of this murder to account. Canada has declared its deep concerns to the top intelligence and security officials of the Indian government. Last week at the G20, I brought them personally and directly to Prime Minister Modi in no uncertain terms. Any involvement of a foreign government in the killing of a Canadian citizen on Canadian soil is an unacceptable violation of our sovereignty. It is contrary to the fundamental rules by which free, open, and democratic societies conduct themselves. As you would expect, we've been working closely and coordinating with our allies on this very serious matter. In the strongest possible terms, I continue to urge the government of India to cooperate with Canada to get to the bottom of this matter. I also expect it to reiterate that its position on extrajudicial operations in another country is clearly and unequivocally in line with international law. I know many Canadians, particularly members of the Indo-Canadian community, are feeling angry or perhaps frightened right now. Let us not allow this to change us. Let us remain calm and steadfast in our commitment to our democratic principles and our adherence to the rule of law. This is who we are and what we do as Canadians. ਨਾਲ ਹੀ ਕੈਨੇਡਾ ਨੇ ਭਾਰਤ ਦੇ ਇੱਕ ਸੀਨੀਅਰ ਡਿਪਲੋਮੇਟ ਨੂੰ ਕੱਢ ਦਿੱਤਾ। ਜਵਾਬ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਇੱਕ ਸੀਨੀਅਰ ਡਿਪਲੋਮੇਟ ਨੂੰ ਭਾਰਤ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ। ਨਾਲ ਹੀ ਕੈਨੇਡਾ ਦੇ ਇਸ ਆਰੋਪ ਦਾ ਵੀ ਖੰਡਨ ਕੀਤਾ, ਇਸ ਨੂੰ ਬੇਬੁਨਿਆਦ ਦੱਸਿਆ। ਜਿੱਥੇ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੀ ਧਰਤੀ ਤੇ ਕਿਸੇ ਕੈਨੇਡੀਅਨ ਦਾ ਕਤਲ ਕੈਨੇਡਾ ਦੀ ਸੋਵਰਨਿਟੀ ਤੇ ਹਮਲਾ ਹੈ, ਵਿਦੇਸ਼ੀ ਦਖਲ ਹੈ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਹੀ ਭਾਰਤ ਵੱਲੋਂ ਵੀ ਸਾਫ਼ ਕਰ ਦਿੱਤਾ ਗਿਆ
ਕਿ ਕੈਨੇਡਾ ਵੱਲੋਂ ਇਹ ਆਰੋਪ ਖਾਲਿਸਤਾਨੀਆਂ ਤੋਂ ਧਿਆਨ ਭਟਕਾਉਣ ਲਈ ਲਗਾਇਆ ਗਿਆ ਹੈ। ਕੈਨੇਡਾ ਦੇ ਸਿਆਸਤਦਾਨਾਂ ਵੱਲੋਂ ਅਜਿਹੇ ਅਨਸਰਾਂ ਨਾਲ ਸਹਾਨਭੂਤੀ ਭਾਰਤ ਦੀ ਚਿੰਤਾ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਜਵਾਬ ਵਿੱਚ ਸਫਾਈ ਦਿੱਤੀ ਹੈ ਕਿ ਭਾਰਤ ਲੋਕਤੰਤਰੀ ਸਿਆਸਤ ਅਤੇ ਕਾਨੂੰਨ ਦੇ ਰਾਜ ਵਿੱਚ ਯਕੀਨ ਰੱਖਦਾ ਹੈ। ਭਾਰਤ ਉਮੀਦ ਕਰਦਾ ਹੈ ਕਿ ਕੈਨੇਡਾ ਤੁਰੰਤ ਐਕਸ਼ਨ ਲਵੇਗਾ ਅਤੇ ਕੈਨੇਡਾ ਦੀ ਧਰਤੀ ਤੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਠੱਲ ਪਾਏਗਾ। ਇੱਕ ਹੋਰ ਖਾਸ ਗੱਲ ਭਾਰਤ ਨੇ ਇਸ ਜਵਾਬ ਵਿੱਚ ਕਹੀ ਹੈ ਕਿ ਭਾਰਤ ਨੂੰ ਅਜਿਹੀ ਕਿਸੇ ਵਾਰਦਾਤ ਨਾਲ ਜੋੜਨਾ ਗਲਤ ਹੈ, ਕਿਉਂਕਿ ਕੈਨੇਡਾ ਦੇ ਵਿੱਚ ਅਜਿਹੀਆਂ ਗੈਰ ਕਾਨੂੰਨੀ ਵਾਰਦਾਤਾਂ, ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਕੋਈ ਨਵੇਂ ਨਹੀਂ ਹਨ। ਇਸ ਲਾਈਨ ਦੇ ਕੀ ਮਾਇਨੇ ਹਨ? ਆਖਰ ਭਾਰਤੀ ਵਿਦੇਸ਼ ਮੰਤਰਾਲਾ ਕਹਿਣਾ ਕੀ ਚਾਹੁੰਦਾ ਹੈ? ਕਿ ਭਾਰਤ ਖੁਦ ਗੈਰ ਕਾਨੂੰਨੀ ਵਾਰਦਾਤਾਂ, ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਤੋਂ ਮੁਕਤ ਹੈ? ਸਿਰਫ ਕੈਨੇਡਾ ਹੀ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਦਾ ਅੱਡਾ ਹੈ? ਜਾਂ ਇਹ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਸੰਗਠਿਤ ਅਪਰਾਧੀ ਦਾ ਹੱਥ ਹੈ? ਜੇਕਰ ਅਜਿਹਾ ਹੈ ਤਾਂ ਉਸ ਅਪਰਾਧੀ ਪਿੱਛੇ ਕੌਣ ਹੈ, ਕੌਣ ਸੁਪਾਰੀ ਦੇ ਰਿਹਾ ਹੈ ਅਤੇ ਕੀ ਹੈ ਉਸ ਦਾ ਮਕਸਦ? ਇਹ ਸਵਾਲ ਵੀ ਸਹਿਜ ਹੀ ਪੈਦਾ ਹੋਣਗੇ। ਮਸਲਾ ਗੰਭੀਰ ਹੈ। ਕਿਸੇ ਖਾਲਿਸਤਾਨੀ ਸੋਚ ਵਾਲੇ ਸ਼ਖਸ ਦੇ ਕਤਲ ਨੂੰ ਲੈ ਕੇ ਇੱਕ ਮੁਲਕ ਦੂਜੇ ਮੁਲਕ ਤੇ ਆਰੋਪ ਲਗਾ ਰਿਹਾ ਹੈ। ਇਹ ਪਹਿਲੀ ਵਾਰ ਹੈ। ਉਂਝ ਸਿੱਖ ਸਰਕਲਾਂ ਵਿੱਚ ਇਨ੍ਹਾਂ ਕਤਲਾਂ ਲਈ ਪਹਿਲਾਂ ਹੀ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਪਹਿਲਾਂ ਇਸੇ ਸਾਲ ਮਈ ਵਿੱਚ ਲਾਹੌਰ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਫਿਰ ਜੂਨ ਵਿੱਚ ਬ੍ਰਿਟਨ ਵਿੱਚ ਅਵਤਾਰ ਸਿੰਘ ਖੰਡਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੱਤਿਆ ਕਰ ਦਿੱਤੀ ਗਈ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਾ ਉਸ ਦੀ ਡੈੱਡ ਬਾਡੀ ਭਾਰਤ ਆਉਣ ਦਿੱਤੀ ਗਈ, ਨਾ ਹੀ ਉਸ ਦੇ ਮਾਪਿਆਂ ਨੂੰ ਬ੍ਰਿਟਨ ਜਾਣ ਦੀ ਇਜਾਜ਼ਤ ਹੀ ਮਿਲ ਸਕੀ। ਇੱਕ ਦੇ ਬਾਅਦ ਇੱਕ ਕਤਲ ਹੋਏ। ਇਹ ਮਹਿਜ਼ ਸੰਜੋਗ ਨਹੀਂ ਹੋ ਸਕਦੇ। ਖੁਫੀਆ ਏਜੰਸੀਆਂ ਵੱਲੋਂ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ। ਇਹ ਚਰਚੇ ਖੁੱਲ੍ਹੇਆਮ ਚੱਲ ਰਹੇ ਸਨ, ਪਰ ਭਾਰਤ ਨੇ ਕਦੇ ਵੀ ਇਸ ਦਾ ਖੰਡਨ ਨਹੀਂ ਕੀਤਾ। ਹਾਲਾਂਕਿ ਭਾਰਤ ਨੇ ਕੈਨੇਡਾ ਦੇ ਆਰੋਪਾਂ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ। ਸੱਚਾਈ ਕੀ ਹੈ, ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗੀ। ਪਰ ਠੀਕ ਇਸੇ ਮੌਕੇ ਆਸਟ੍ਰੇਲੀਆ ਤੋਂ ਆਈ ਇੱਕ ਹੋਰ ਖਬਰ ਨੇ ਭਾਰਤ ਲਈ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਨੇ ਭਾਰਤ ਦੇ ਸਪਸ਼ਟੀਕਰਨ ਦੇ ਮਾਇਨੇ ਹੀ ਬਦਲ ਦਿੱਤੇ ਹਨ। ਖਬਰ ਇਹ ਹੈ ਕਿ ਆਸਟ੍ਰੇਲੀਆ ਦੀ ਕੁਈਨਲੈਂਡ ਸਟੇਟ ਪੁਲਿਸ ਦੀ ਇਨਵੈਸਟੀਗੇਸ਼ਨ ਰਿਪੋਰਟ ਮੁਤਾਬਕ ਬੀਤੀ ਮਾਰਚ ਵਿੱਚ ਸਿਡਨੀ ਦੇ ਮੰਦਰਾਂ ਦੀਆਂ ਕੰਧਾਂ ਤੇ ਐਂਟੀ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਉਸ ਦੇ ਪਿੱਛੇ ਖਾਲਿਸਤਾਨੀਆਂ ਦਾ ਨਹੀਂ ਬਲਕਿ ਖੁਦ ਹਿੰਦੂ ਸੰਗਠਨਾਂ ਦਾ ਹੱਥ ਹੈ। ਗੌਰਤਲਬ ਹੈ ਸਿਡਨੀ ਵਿੱਚ ਮੰਦਰਾਂ ਦੀਆਂ ਕੰਧਾਂ ਤੇ ਇਸ ਤਰ੍ਹਾਂ ਦੇ ਨਾਅਰੇ ਲਿਖੇ ਜਾਣ ਲਈ ਉੱਥੋਂ ਦੀ ਖਾਲਿਸਤਾਨੀ ਲਾਬੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ, ਜਿਸ ਬਾਬਤ ਆਪਸੀ ਮੁਲਾਕਾਤ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਸਖਤ ਕਦਮ ਉਠਾਉਣ ਲਈ ਕਿਹਾ ਸੀ। ਸਵਾਲ ਉੱਠਦਾ ਹੈ ਕਿ ਮੰਦਰਾਂ ਦੀਆਂ ਕੰਧਾਂ ਖਰਾਬ ਕਰਕੇ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਪਿੱਛੇ ਜੇ ਹਿੰਦੂ ਹੱਥ ਹੈ ਤਾਂ ਇਹਨਾਂ ਨੂੰ ਸ਼ਹਿ ਕੌਣ ਦੇ ਰਿਹਾ ਹੈ? ਕੀ ਵਿਦੇਸ਼ੀ ਧਰਤੀ ਤੇ ਹਿੰਦੂ ਹੱਥ ਐਨੇ ਜੋਗੇ ਹਨ ਕਿ ਬਗੈਰ ਕਿਸੇ ਦੀ ਸਟਰੋਂਗ ਬੈਕ ਦੇ ਪੰਗਾ ਲੈਂਦੇ ਫਿਰਨ? ਇਹ ਸਵਾਲ ਹੈ ਜਿਸ ਦਾ ਜਵਾਬ ਲੱਭਣਾ ਪਵੇਗਾ। ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਨੇ ਆਸਟ੍ਰੇਲੀਆ ਨਾਲ ਗੱਲਬਾਤ ਕੀਤੀ ਹੈ, ਕਈ ਵਾਰ ਆਪਣੀ ਚਿੰਤਾ ਜਤਾਈ ਹੈ, ਪਰ ਆਸਟ੍ਰੇਲੀਆ ਨੇ ਆਪਣੀ ਜਮਹੂਰੀ ਕਦਰਾਂ ਕੀਮਤਾਂ ਦਾ ਹਵਾਲਾ ਦੇ ਕੇ ਕਿਸੇ ਵੀ ਸ਼ਾਂਤਮਈ ਪ੍ਰਦਰਸ਼ਨ ਜਾਂ ਜਨਮਤ ਸੰਗ੍ਰਹਿ ਰੈਫਰੈਂਡਮ ਨੂੰ ਰੋਕਣ ਵਿੱਚ ਅਸਮਰਥਤਾ ਜਤਲਾਈ ਹੈ। ਇਸੇ ਤਰ੍ਹਾਂ ਭਾਰਤ ਦਹਾਕਿਆਂ ਤੋਂ ਕੈਨੇਡਾ ਤੇ ਦਬਾਅ ਬਣਾਉਂਦਾ ਰਿਹਾ ਹੈ ਕਿ ਉਹ ਖਾਲਿਸਤਾਨੀ ਗਤੀਵਿਧੀਆਂ ਤੇ ਨਕੇਲ ਕਸੇ, ਪਰ ਕੈਨੇਡਾ ਦਾ ਸਟੈਂਡ ਵੀ ਇਹੀ ਰਿਹਾ ਹੈ ਕਿ ਉਹ ਕਿਸੇ ਵੀ ਨਾਗਰਿਕ ਦੀ ਇਜ਼ਹਾਰ ਕਰਨ ਦੀ ਆਜ਼ਾਦੀ ਨਹੀਂ ਖੋ ਸਕਦਾ, ਸ਼ਾਂਤੀਪੂਰਵਕ ਪ੍ਰਦਰਸ਼ਨਾਂ ਅਤੇ ਜਮਹੂਰੀ ਗਤੀਵਿਧੀਆਂ ਨੂੰ ਨਹੀਂ ਰੋਕ ਸਕਦਾ। ਹਾਂ, ਉਹ ਕਿਸੇ ਤਰ੍ਹਾਂ ਦੀ ਹਿੰਸਕ ਕਾਰਵਾਈ ਦਾ ਵੀ ਬਿਲਕੁਲ ਸਮਰਥਨ ਨਹੀਂ ਕਰਦਾ। ਜ਼ਿਕਰਯੋਗ ਹੈ ਬ੍ਰਿਟਨ ਖੁਦ
ਆਇਰਲੈਂਡ ਵਿੱਚ ਰੈਫਰੈਂਡਮ ਕਰਾਉਂਦਾ ਆਇਆ ਹੈ। ਕੈਨੇਡਾ ਵੀ ਕਿਊਬੈਕ ਵਿੱਚ ਰੈਫਰੈਂਡਮ ਕਰਵਾ ਚੁੱਕਾ ਹੈ। ਭਾਰਤ ਦੀਆਂ ਨਜ਼ਰਾਂ ਵਿੱਚ ਸਿੱਖ ਰੈਫਰੈਂਡਮ ਭਲੇ ਹੀ ਦੇਸ਼ ਦਰੋਹੀ ਕਾਰਵਾਈ ਹੈ, ਪਰ ਕੌਮਾਂਤਰੀ ਕਾਨੂੰਨ ਤਹਿਤ ਇਹ ਹੀ ਇੱਕੋ ਇੱਕ ਜਮਹੂਰੀ ਢੰਗ ਹੈ ਆਪਣੇ ਦਾਅਵੇ ਦੀ ਵੈਧਤਾ ਸਾਬਤ ਕਰਨ ਦਾ। ਇਸ ਲਈ ਕੈਨੇਡਾ, ਅਮਰੀਕਾ, ਬ੍ਰਿਟੇਨ, ਇਟਲੀ ਅਤੇ ਸਵਿਟਜ਼ਰਲੈਂਡ ਵਿੱਚ ਸਿੱਖ ਰੈਫਰੈਂਡਮ ਹੋ ਚੁੱਕੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਇਹ ਮੁਲਕ ਭਾਰਤ ਦੇ ਟੁਕੜੇ ਕਰਨਾ ਚਾਹੁੰਦੇ ਹਨ, ਪਰ ਇਹਨਾਂ ਮੁਲਕਾਂ ਦਾ ਕਾਨੂੰਨ ਹੀ ਇਜਾਜ਼ਤ ਨਹੀਂ ਦਿੰਦਾ ਕਿ ਉਹ ਸਿੱਖਾਂ ਨੂੰ ਰੈਫਰੈਂਡਮ ਕਰਾਉਣ ਜਾਂ ਉਸ ਵਿੱਚ ਭਾਗ ਲੈਣ ਤੋਂ ਰੋਕ ਸਕਣ। ਮੁਸੀਬਤ ਹੀ ਇਹੀ ਹੈ। ਹਿੰਸਾ ਨੂੰ ਕੁਚਲਣਾ ਸੌਖਾ ਹੈ, ਬੰਦੂਕ ਚੱਕੀ ਫਿਰਦੇ ਨੂੰ ਅੱਤਵਾਦੀ ਕਹਿ ਕੇ ਮੁਕਾਬਲੇ ਬਣਾ ਕੇ ਮਾਰ ਖਪਾਉਣਾ ਬਹੁਤ ਆਸਾਨ ਹੈ। ਕੌਮਾਂਤਰੀ ਆਤੰਕਵਾਦ ਦੇ ਘੇਰੇ ਵਿੱਚ ਲਿਆ ਕੇ ਕੌਮਾਂਤਰੀ ਬਾਈਕਾਟ ਕਰਾਇਆ ਜਾ ਸਕਦਾ ਹੈ। ਹਿੰਸਾ ਦੇ ਬਦਲੇ ਹਿੰਸਾ ਜਾਇਜ਼ ਠਹਿਰਾਈ ਜਾ ਸਕਦੀ ਹੈ, ਪਰ ਕਾਨੂੰਨੀ ਲੜਾਈ ਲੜਨ ਵਾਲਿਆਂ ਦੇ ਅੱਗੇ ਗੈਰ ਜਮਹੂਰੀ ਮਾਨਸਿਕਤਾ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਹੀ ਸੋਚ ਹਿੰਸਕ ਤੱਤਾਂ ਨੂੰ ਵਾੜ ਕੇ ਮੁਹਿੰਮ ਨੂੰ ਫੇਲ ਕਰਨ ਵਰਗੀਆਂ ਚਾਲਾਂ ਚੱਲਦੀਆਂ ਹਨ। ਨੈਸ਼ਨਲ ਸਿਕਿਉਰਿਟੀ ਦੇ ਨਾਂ 'ਤੇ NSA ਲਾ ਕੇ ਜੇਲ੍ਹਾਂ ਵਿੱਚ ਡੱਕ ਦੇਣ ਨੂੰ ਰਾਸ਼ਟਰ ਧਰਮ ਕਹਿੰਦੇ ਹਨ, ਦੇਸ਼ ਭਗਤੀ ਕਹਿੰਦੇ ਹਨ। ਇੱਕ ਹੋਰ ਤੱਥ ਜੋ ਭਾਰਤ ਖਿਲਾਫ ਕਾਰਵਾਈ ਕਰਨ ਲਈ ਸਬੂਤ ਬਣ ਕੇ ਸਾਹਮਣੇ ਆਇਆ, ਉਹ ਹੈ ਬਾਜ਼ ਮੈਗਜ਼ੀਨ ਵਿੱਚ ਛਪੀ ਕੈਨੇਡਾ ਦੇ ਇੱਕ ਡਿਪਲੋਮੈਟ ਦੀ ਸੱਚਾਈ ਨੂੰ ਲੈ ਕੇ ਛਪੀ ਖਬਰ ਬਾਰੇ। ਮੈਗਜ਼ੀਨ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਹਾਈ ਕਮਿਸ਼ਨ ਓਟਾਵਾ ਵਿੱਚ ਬਤੌਰ ਫਸਟ ਸੈਕਟਰੀ ਕਾਉਂਸਲਰ ਤੈਨਾਤ ਇੱਕ ਬੰਦਾ ਸ਼ੱਕ ਦੇ ਘੇਰੇ ਵਿੱਚ ਹੈ। ਭਾਰਤੀ ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਵੀ ਨਾ ਤਾਂ ਇਸ ਸ਼ਖਸ ਦਾ ਪੂਰਾ ਨਾਮ ਲਿਖਿਆ ਗਿਆ ਹੈ, ਨਾ ਹੀ ਇਸ ਦਾ ਕੰਟੈਕਟ ਨੰਬਰ ਹੀ ਦਿੱਤਾ ਗਿਆ ਹੈ। ਡਿਪਲੋਮੈਟ ਦੀ ਕੁਰਸੀ 'ਤੇ ਬੈਠਾ ਇਹ ਬੰਦਾ ਦਰਅਸਲ IPS ਆਫੀਸਰ ਰਿਹਾ ਹੈ, ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ ਰਿਹਾ ਹੈ ਅਤੇ ਕੈਨੇਡਾ ਵਿੱਚ ਤੈਨਾਤੀ ਤੋਂ ਪਹਿਲਾਂ ਇਹ ਭਾਰਤੀ ਖੁਫੀਆ ਏਜੰਸੀ ਰਾਅ ਵਿੱਚ ਸੀ। ਇਸ ਤਰ੍ਹਾਂ ਹਾਈ ਕਮਿਸ਼ਨ ਵਿੱਚ ਬੈਠ ਕੇ ਇਹ ਭਾਰਤੀ ਇੰਟੈਲੀਜੈਂਸ ਲਈ ਕੰਮ ਕਰ ਰਿਹਾ ਹੈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੁਨੀਆ ਨੂੰ ਨਹੀਂ ਪਤਾ ਕਿ ਭਾਰਤ ਅੱਜ ਕਿਸ ਰਾਹ 'ਤੇ ਤੁਰਿਆ ਹੋਇਆ ਹੈ। G20 ਤੋਂ ਨਿਕਲਦੇ ਸਾਰ ਹੀ ਅਮਰੀਕੀ ਸਦਰ ਜੋ ਬਾਈਡਨ ਪ੍ਰੈਸ ਕਾਨਫਰੰਸ ਕਰਕੇ ਭਾਰਤ ਵਿੱਚ ਲੋਕਤੰਤਰ, ਮਨੁੱਖੀ ਹੱਕਾਂ ਅਤੇ ਪ੍ਰੈਸ ਦੀ ਆਜ਼ਾਦੀ 'ਤੇ ਜੋ ਬੋਲੇ, ਉਹ ਸਾਡਾ ਕੌਮਾਂਤਰੀ ਪੱਧਰ 'ਤੇ ਅਸਲ ਅਕਸ ਹੈ। UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਉਸ ਦੇ ਮੁਲਕ ਵਿੱਚ ਰੱਜ ਕੇ ਖਿੱਚਤੂ ਹੋਈ ਜਦ ਰੂਸ ਨੇ ਯੂਕਰੇਨ ਦੇ ਪਰਮਾਣੂ ਰਿਐਕਟਰਾਂ 'ਤੇ ਸੁਰੱਖਿਆ ਲਈ ਬਣਾਏ ਪਾਣੀ ਦੇ ਰਿਜ਼ਰਵਾਇਰ ਸੁਕਾ ਕੇ ਸਮੁੱਚੇ ਯੂਰਪ ਲਈ ਪਰਮਾਣੂ ਖਤਰਾ ਖੜਾ ਕਰ ਦਿੱਤਾ ਹੈ। ਅਜਿਹੇ ਵਿੱਚ ਰੂਸ ਦੀ ਨਿਖੇਧੀ ਕਿਉਂ ਨਹੀਂ ਕੀਤੀ ਗਈ? ਭਾਰਤ ਤੋਂ ਕਿਉਂ ਨਹੀਂ ਪੁੱਛਿਆ ਗਿਆ ਕਿ ਉਹ ਰੂਸ ਤੋਂ ਤੇਲ ਕਿਉਂ ਖਰੀਦ ਰਿਹਾ ਹੈ? ਸਟਾਕਿਸ਼ ਸਿੱਖ ਜਗਤਾਰ ਸਿੰਘ ਜੋਹਲ ਦਾ ਮੁੱਦਾ ਕਿਉਂ ਨਹੀਂ ਚੁੱਕਿਆ? ਇਕਨੋਮਿਕ ਕੋਰੀਡੋਰ ਤੇ ਸਮਝੌਤੇ ਵਿੱਚ UK ਸ਼ਾਮਿਲ ਕਿਉਂ ਨਹੀਂ ਹੋਇਆ? ਆਖਰਕਾਰ ਸੁਨਕ ਨੂੰ ਇਹ ਮੰਨਣਾ ਪਿਆ ਕਿ ਉਹ ਵੀ ਟਰੂਡੋ ਦੀ ਇਸ ਗੱਲ ਨਾਲ ਸਹਿਮਤ ਸਨ। ਜੇ ਉਹਨਾਂ ਦਾ ਵਸ ਚੱਲਦਾ ਤਾਂ G20 ਦੇ ਡਿਕਲੇਰੇਸ਼ਨ ਦੀ ਭਾਸ਼ਾ ਸਖਤ ਹੋਣੀ ਸੀ। ਇਸ ਲਈ ਸਿਰਫ ਮਹਿਮਾਨ ਨਵਾਜ਼ੀ ਕਰਕੇ ਅਤੇ ਘੁੱਟ-ਘੁੱਟ ਕੇ ਜੱਫੀਆਂ ਪਾਉਣ ਨਾਲ ਕੋਈ ਵਿਸ਼ਵ ਗੁਰੂ ਨਹੀਂ ਬਣਦਾ, ਨਾ ਹੀ ਪਰਪੰਚ ਰਚ ਕੇ ਕੋਈ ਦੁਨੀਆ ਦੇ ਨਕਸ਼ੇ 'ਤੇ ਸਭ ਤੋਂ ਉੱਪਰ ਜਾ ਸਕਦਾ ਹੈ। ਗੱਲ ਤਾਂ ਅਮਲਾਂ ਨਾਲ ਨਿਬੜਦੀ ਹੈ। ਇਹ ਵੀ ਖੁਦ ਨੂੰ ਧੋਖਾ ਦੇਣਾ ਹੈ ਕਿ ਬਤੌਰ ਮਹਿਮਾਨ ਭਾਰਤ ਪਧਾਰੇ 19 ਦੇ 19 ਮੁਲਕ ਮੋਦੀ ਜੀ ਵੱਲੋਂ ਪੇਸ਼ ਕੀਤੀ ਚਮਕ ਦਮਕ ਦੇ ਪਿੱਛੇ ਦੇ ਕਾਲੇ ਸੱਚ ਨੂੰ ਨਹੀਂ ਦੇਖ ਸਕੇ। ਦਿੱਲੀ ਦੀਆਂ ਸੜਕਾਂ ਦੇ ਨਾਲ-ਨਾਲ ਕਈ ਕਿਲੋਮੀਟਰ ਤੱਕ ਹਰੇ ਕੱਪੜੇ ਅਤੇ ਬੈਨਰਾਂ ਦੇ ਪਿੱਛੇ ਲੁਕੋਏ ਗਏ ਹਿੰਦੁਸਤਾਨ ਨੂੰ ਨਹੀਂ ਜਾਣ ਸਕੇ। ਸਭ ਤੋਂ ਵੱਡੇ ਲੋਕਤੰਤਰ ਦੇ ਨਾਂ ਦੇ ਪਿੱਛੇ ਘੱਟ ਗਿਣਤੀਆਂ ਨਾਲ ਹੋ ਰਹੇ ਸਲੂਕ ਮਨੁੱਖੀ ਹੱਕਾਂ ਅਤੇ ਪ੍ਰੈਸ ਦੀ ਆਜ਼ਾਦੀ ਦੇ ਆਲਮ ਤੋਂ ਬੇਖਬਰ ਰਹੇ। ਸਵੈ ਗੁਣਗਾਨ ਦੀ ਮਦਹੋਸ਼ੀ ਐਨੀ ਵੀ ਕੀ ਕਿ ਮਰਿਆਦਾਵਾਂ ਹੀ ਬਿਸਰ ਗਏ, ਅਹਿਸਾਸ ਹੀ ਮਰ ਗਏ। ਨਾ ਸਰਹੱਦ 'ਤੇ ਸ਼ਹੀਦ ਹੋਏ ਜਵਾਨ ਦਿਸੇ, ਨਾ ਹੀ ਨਫ਼ਰਤ ਦੀ ਅੱਗ ਵਿੱਚ ਸੜ ਬਲ ਰਿਹਾ ਮਣੀਪੁਰ। ਪਰ ਜਨਾਬ ਲਈ ਤਾਂ ਜਸ਼ਨ ਜ਼ਿਆਦਾ ਜ਼ਰੂਰੀ ਸੀ। ਗੋਦੀ ਮੀਡੀਆ ਵੀ ਬੇਸ਼ਰਮ ਬਣ ਕੇ ਸੁਰ ਮਿਲਾ ਰਿਹਾ ਸੀ। ਅਜਿਹੇ ਵਿੱਚ ਦ ਟੈਲੀਗ੍ਰਾਫ ਦੀ ਹੈਡਲਾਈਨ ਨੇ ਝਕਝੋੜ ਕੇ ਰੱਖ ਦਿੱਤਾ। ਅਖਬਾਰ ਦੇ ਪਹਿਲਾ ਪੇਜ ਜੋ ਸਕਰੀਨ 'ਤੇ ਹੈ, ਜਿਸ ਨੇ ਪੁੱਛ ਹੀ ਲਿਆ ਕਿ ਇਹ ਕਿਸ ਤਰ੍ਹਾਂ ਦਾ ਜਸ਼ਨ ਹੈ। ਖੈਰ,
ਮੁੜਦੇ ਹਾਂ ਕੈਨੇਡਾ ਭਾਰਤ ਰਿਸ਼ਤੇ ਵੱਲ। ਟਰੂਡੋ ਦੀ ਹਰ ਭਾਰਤ ਯਾਤਰਾ ਦੌਰਾਨ ਜਿਸ ਤਰੀਕੇ ਨਾਲ ਭਾਰਤ ਉਸ ਨਾਲ ਪੇਸ਼ ਆਉਂਦਾ ਰਿਹਾ, ਉਸ ਤੋਂ ਭਾਰਤ ਦੀ ਨਾਰਾਜ਼ਗੀ ਸਾਫ਼ ਨਜ਼ਰ ਆਉਂਦੀ ਰਹੀ। ਪਰ ਜੇਕਰ G20 ਵਿੱਚ ਆਉਣ ਤੋਂ ਪਹਿਲਾਂ ਹੀ ਕੈਨੇਡਾ ਨੇ ਭਾਰਤ ਨਾਲ ਚੱਲ ਰਹੀ ਟ੍ਰੇਡ ਗੱਲਬਾਤ ਨੂੰ ਰੋਕ ਦਿੱਤਾ ਸੀ ਅਤੇ G20 ਤੋਂ ਵਾਪਸ ਮੁੜਦੇ ਸਾਰ ਹੀ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਕੈਨੇਡਾ ਨੇ ਭਾਰਤ ਨਾਲ ਡਿਪਲੋਮੈਟਿਕ ਅਤੇ ਟ੍ਰੇਡ ਸੰਬੰਧ ਤੋੜ ਲਏ ਹਨ। ਫ੍ਰੀ ਟ੍ਰੇਡ ਤੇ ਹੋ ਰਹੀ ਗੱਲਬਾਤ ਵੀ ਰੱਦ ਕਰ ਦਿੱਤੀ ਹੈ। ਜੇ ਇਸ ਫੈਸਲੇ ਤੇ ਕੈਨੇਡਾ ਦੀ ਵਿਰੋਧੀ ਧਿਰ ਵੀ ਟਰੂਡੋ ਦੇ ਨਾਲ ਖੜੀ ਹੈ ਤਾਂ ਸੰਬੰਧਾਂ ਦੇ ਵਿੱਚ ਆਈ ਇਸ ਖਟਾਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਇਹ ਸਥਿਤੀ 75 ਸਾਲਾਂ ਵਿੱਚ ਪਹਿਲੀ ਵਾਰ ਆਈ ਹੈ, ਜੋ ਚਿੰਤਾਜਨਕ ਹੈ। ਯਕੀਨਨ ਇਸ ਦਾ ਅਸਰ ਕੈਨੇਡਾ ਵਿੱਚ ਵਸਦੇ ਭਾਰਤੀਆਂ ਤੇ ਵੀ ਪਵੇਗਾ। ਸਟੂਡੈਂਟਸ ਤਾਂ ਪ੍ਰਭਾਵਿਤ ਹੋਣਗੇ। ਭਾਰਤ ਕੈਨੇਡਾ ਵਿਚਕਾਰ ਹੋਣ ਵਾਲੇ ਵਪਾਰ ਦੀ ਦਸ਼ਾ ਤੇ ਦਿਸ਼ਾ ਵੀ ਬਦਲ ਸਕਦੀ ਹੈ। ਬੀਤੇ ਸਾਲ 2022-23 ਵਿੱਚ ਭਾਰਤ ਦਾ ਕੈਨੇਡਾ ਨੂੰ ਐਕਸਪੋਰਟ $4.10 ਅਰਬ ਦਾ ਸੀ ਅਤੇ ਤਕਰੀਬਨ ਇੰਨਾ ਹੀ $4.05 ਅਰਬ ਕੈਨੇਡਾ ਨੇ ਭਾਰਤ ਨੂੰ ਐਕਸਪੋਰਟ ਕੀਤਾ। ਭਵਿੱਖ ਵਿੱਚ ਨਿਸ਼ਚਿਤ ਤੌਰ ਤੇ ਸਥਿਤੀ ਬਦਲੇਗੀ। ਹਾਲਾਂਕਿ ਕੌਮਾਂਤਰੀ ਪੱਧਰ ਤੇ ਇਸ ਦਾ ਕਿੰਨਾ ਅਸਰ ਪਵੇਗਾ, ਇਸ ਬਾਰੇ ਹਾਲ ਦੀ ਘੜੀ ਜ਼ਿਆਦਾ ਨਹੀਂ ਕਿਹਾ ਜਾ ਸਕਦਾ, ਸਿਵਾਏ ਇਸ ਦੇ ਕਿ ਜੇ G20 ਦੇ ਮੁਲਕਾਂ ਵਿਚਕਾਰ ਹੋਰ ਟ੍ਰੇਡ ਲਿੰਕ ਟੁੱਟਦੇ ਹਨ ਤਾਂ ਕਿਸ ਆਰਥਿਕ ਸਹਿਯੋਗ ਦੀ ਗੱਲ ਆਪਾਂ ਕਰਦੇ ਹਾਂ। ਕਿ ਇਹੀ G20 ਦੀ ਸਫਲਤਾ ਹੈ? ਪਰ ਜੇ ਗੱਲ ਸੋਵਰਨਿਟੀ ਅਤੇ ਦਖਲਅੰਦਾਜ਼ੀ ਤੱਕ ਜਾ ਪਹੁੰਚੀ ਹੈ ਅਤੇ ਸੰਬੰਧ ਹੋਰ ਵਿਗੜਦੇ ਹਨ ਤਾਂ ਕੀ ਸੰਧੀ ਮੁਤਾਬਕ ਪੂਰਾ ਦਾ ਪੂਰਾ ਨਾਟੋ ਸੰਗਠਨ ਕੈਨੇਡਾ ਦਾ ਪੱਖ ਪੂਰੇਗਾ, ਨਾ ਕਿ ਭਾਰਤ ਦਾ? ਅਜਿਹੇ ਹਾਲਾਤਾਂ ਵਿੱਚ ਭਾਰਤ ਦੀ ਸਥਿਤੀ ਕੀ ਹੋਵੇਗੀ, ਖਾਸ ਤੌਰ ਤੇ ਜਦ ਚੀਨ ਅਤੇ ਰੂਸ ਇਸ ਖੇਮੇ ਵਿੱਚ ਨਾਟੋ ਦੇ ਖਿਲਾਫ ਖੜੇ ਹਨ। ਚੀਨ ਅਤੇ ਰੂਸ ਭਲੇ ਹੀ G20 ਵਿੱਚ ਹਨ, ਪਰ ਪੱਛਮੀ ਮੁਲਕਾਂ ਨੇ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ BRI ਦੇ ਮੁਕਾਬਲੇ ਵਿੱਚ G20 ਵਿੱਚ ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ IMEC ਦੀ ਸਕੀਮ ਘੜੀ ਹੈ। ਮਕਸਦ ਵੀ ਇਹੀ ਹੈ ਕਿ ਅਰਬ ਮੁਲਕਾਂ ਅਤੇ ਯੂਰਪ ਵਿੱਚ ਚੀਨ ਦੇ ਦਬਦਬੇ ਨੂੰ ਘਟਾਇਆ ਜਾ ਸਕੇ। ਚੀਨ ਇਸ ਚਾਲ ਨੂੰ ਸਮਝਦਾ ਹੈ। ਇਹ ਵੀ ਕਿ ਭਾਰਤ ਇਸ ਕੋਰੀਡੋਰ ਦੀ ਮੁੱਖ ਪਾਰਟੀ ਹੈ। ਮਤਲਬ ਸਾਫ਼ ਹੈ ਕਿ ਏਸ਼ੀਆ ਵਿੱਚ ਭਾਰਤ ਚੀਨ ਦੇ ਖਿਲਾਫ ਖੜਾ ਕਰ ਦਿੱਤਾ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤ ਪਾਸ ਹੋਰ ਕੋਈ ਚਾਰਾ ਵੀ ਨਹੀਂ ਬਚਦਾ, ਕਿਉਂਕਿ ਪਹਿਲਾਂ ਹੀ ਚੀਨ ਨੇ BRI ਦਾ ਇੱਕ ਕੋਰੀਡੋਰ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ CPEC ਬਣਾ ਕੇ ਭਾਰਤ ਦੀ ਚੂੜੀ ਕਸੀ ਹੋਈ ਹੈ। ਇਹ ਕੋਰੀਡੋਰ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਗੁਜ਼ਰਦਾ ਹੈ। ਉਹੀ POK ਜਿਸ ਤੇ ਭਾਰਤ ਆਪਣਾ ਦਾਅਵਾ ਰੱਖਦਾ ਹੈ, ਪਰ ਉੱਥੋਂ ਚੀਨ ਵੱਲੋਂ ਬਣਾਈ ਗਈ ਸੜਕ ਨੂੰ ਨਹੀਂ ਰੋਕ ਸਕਿਆ। ਉਲਟਾ ਇਸ ਕੋਰੀਡੋਰ ਦੇ ਪੈਰਲਲ ਜਦ ਭਾਰਤ ਨੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਚੀਨ ਨੇ ਗਲਵਾਨ ਕਾਂਡ ਕਰਕੇ ਡਰਾ ਲਿਆ। ਏਸ਼ੀਆ ਵਿੱਚ ਚੀਨ ਦਾ ਗਲਬਾ ਇਸ ਕਦਰ ਵੱਧ ਗਿਆ ਹੈ ਕਿ ਅੱਜ 78 ਮੁਲਕ ਚੀਨ ਤੋਂ ਲੋਨ ਲੈ ਕੇ ਉਸ ਦੇ ਡੈਟ ਟ੍ਰੈਪ ਵਿੱਚ ਫਸੇ ਹੋਏ ਹਨ। ਪਾਕਿਸਤਾਨ ਅਤੇ ਸ਼੍ਰੀਲੰਕਾ ਉਹਨਾਂ ਵਿੱਚੋਂ ਮੁੱਖ ਹਨ। ਨਾ ਚਾਹ ਕੇ ਵੀ ਚੀਨ ਨਾਲ ਖੜਨਾ ਉਹਨਾਂ ਦੀ ਮਜਬੂਰੀ ਹੈ। ਇਹਨਾਂ ਨੂੰ ਚੀਨ ਆਪਣੇ ਹਿੱਤ ਵਿੱਚ ਵਰਤੇਗਾ ਹੀ। ਇੱਕ ਹੋਰ ਪਹਿਲੂ ਵੀ ਹੈ ਕਿ ਕੈਨੇਡਾ ਦੇ ਇਹ ਤੇਵਰ ਭਾਰਤ ਦੇ ਪਰ ਕੱਟਣ ਦੀ ਤਿਆਰੀ ਹੈ, ਖਾਸ ਤੌਰ ਤੇ ਬ੍ਰਿਕਸ BRICS ਮੁਲਕਾਂ ਜਿਸ ਵਿੱਚ ਬ੍ਰਾਜ਼ੀਲ, ਰੂਸ, ਇੰਡੀਆ, ਚੀਨ ਅਤੇ ਸਾਊਥ ਅਫਰੀਕਾ ਹਨ। ਇਸ ਵਿੱਚ ਚੀਨ ਅਤੇ ਭਾਰਤ ਅਮਰੀਕਨ ਡਾਲਰ ਦੀ ਡੀਵੈਲੂਏਸ਼ਨ ਲਈ ਜ਼ੋਰ ਲਾ ਰਹੇ ਹਨ। ਇਸ ਲਈ ਭਾਰਤ ਨੂੰ ਗੋਡੇ ਭਾਰ ਲਿਆ ਕੇ ਇਸ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਹੈ। ਇਹਨਾਂ ਹਾਲਾਤਾਂ ਵਿੱਚ ਭਾਰਤ ਨੂੰ ਕੂਟਨੀਤਿਕ ਸਮਝ ਹੀ ਸਥਿਰਤਾ ਦੇ ਸਕੇਗੀ। ਮੰਨਿਆ ਕਿ ਵਿਦੇਸ਼ਾਂ ਵਿੱਚ ਖਾਲਿਸਤਾਨ ਦੀਆਂ ਗਤੀਵਿਧੀਆਂ ਭਾਰਤ ਲਈ ਸਿਰਦਰਦ ਬਣੀਆਂ ਹੋਈਆਂ ਹਨ। ਕੈਨੇਡਾ ਨਾਲ ਵਿਗਾੜ ਪਾ ਕੇ ਫੌਰੀ ਤੌਰ ਤੇ ਭਲੇ ਹੀ ਕੋਈ ਫਰਕ ਨਾ ਵੀ ਪਵੇ, ਪਰ ਅਮਰੀਕਾ, ਬ੍ਰਿਟਨ, ਆਸਟ੍ਰੇਲੀਆ ਆਦਿ ਨਾਲ ਇਸ ਮੁੱਦੇ ਨੂੰ ਲੈ ਕੇ ਤੂਲ ਦੇਣ ਨਾਲ ਭਾਰਤ ਨੂੰ ਕੁਝ ਹਾਸਿਲ ਹੋਵੇਗਾ। ਇਹ ਵੀ ਵਿਚਾਰ ਦਾ ਵਿਸ਼ਾ ਹੈ। ਇਸੇ ਨਾਲ ਦਿਓ ਇਜਾਜ਼ਤ। ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਵਸਦੇ ਰਹੋ।
ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਨਕ ਆਖੈ ਸਚ ਸੁਣਾਈ ਸੀ, ਸਚ ਕੀ